जय श्री राम कहना कोई गुनाह नहीं है, भगवान जी हैं, मैं जय श्री राम कह देती हूँ। इतना बुरी तरह से कुचला है कि शाम को उन्हें पानी नसीब नहीं हुआ, अफ्तार नसीब नहीं हुआ है, या उनकी हाय नहीं पड़ेगी। कब उनका कोई त्योहार आएगा, हमें टारगेट किया जाएगा। क्यों? मत कर जुल्म हम पर इतना, क्योंकि जुल्म ज़्यादा देर नहीं चलता। ਸਾਡੇ ਦੇਸ਼ 'ਚ ਇੱਥੋਂ ਦੀ ਹਕੂਮਤ ਹੈ ਜਿਹੜੀ ਭਾਜਪਾ ਹਕੂਮਤ, ਉਹ ਲੋਕਾਂ ਨੂੰ ਧਰਮ ਦੇ ਨਾਂ ਤੇ ਪਾੜ ਰਹੀ ਹੈ। ਉਹ ਇੱਕ ਫਿਰਕੇ ਦੇ ਲੋਕਾਂ ਨੂੰ ਖਾਸ ਨਿਸ਼ਾਨਾ ਬਣਾ ਰਹੀ ਹੈ। ਰੋਟੀ ਰੋਜੀ ਦੇ ਮਕਾਨ ਜਿਹੜੇ ਮੁੱਦੇ ਆ ਉਹ ਇੱਥੋਂ ਦੂਰ ਕਰ ਰਹੀ ਹੈ। ਅਸੀਂ ਉਹਦੇ ਖਿਲਾਫ ਹਾਂ ਜੀ। ਮੰਦਰ ਮਸਜਿਦ ਜਾਂ ਗੁਰਦੁਆਰੇ ਦਾ ਮਸਲਾ ਨਹੀਂ ਹੈ, ਮਸਲਾ ਆਪਣੇ ਲੋਕਾਂ ਦਾ, ਆਪਣੀ ਏਕਤਾ ਟੁੱਟ ਰਹੀ ਹੈ। ਇਹ ਇੱਕ ਕ੍ਰੋਨੋਲੋਜੀ ਹੁੰਦੀ ਹੈ ਸਰਕਾਰਾਂ ਦੀ, ਇਹ ਚੱਲਦਾ ਆਉਂਦਾ, ਉਹਨਾਂ ਦੀਆਂ ਏਜੰਸੀਆਂ ਹੁੰਦੀਆਂ ਤਾਂ ਕਿ ਲੋਕਾਂ ਨੂੰ ਆਪਸ 'ਚ ਪਾੜਿਆ ਜਾਏ, ਤਾਂ ਕਿ ਇੱਕ ਦੂਜੇ ਨਾਲ ਅਸੀਂ ਖੜੇ ਨਾ ਹੋ ਸਕੀਏ। मुझे इतनी खुशी महसूस होती है कि मैं शेरों के बीच में रहती हूँ, किसी गीदड़ों के बीच में नहीं रहती हूँ। एक स्टेट 'ਚ ਹਾਲਾਤ ਬਣਿਆ ਤਾਂ ਜ਼ਰੂਰ ਪੰਜਾਬ 'ਚ ਵੀ ਇਹ ਬਣਨੇ ਆ, ਕਿਸੇ ਮੌਕੇ ਬਣਨ ਅੱਗੇ ਫਿਊਚਰ। ਤੇ ਜੇ ਇੰਨੀ ਗੱਲ ਆਪਾਂ ਨੂੰ ਪਤਾ ਕਲੀਅਰ ਹੋ ਗਈ ਕਿ ਇੱਕ ਹੈ ਤੇ ਫਿਰ ਕੋਈ ਲੜਾਈ ਹੈ ਨਹੀਂ। ਸਤਿ ਸ਼੍ਰੀ ਅਕਾਲ ਜੀ, ਅਸੀਂ ਹਜੇ ਖੜੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ। ਯੂਨੀਵਰਸਿਟੀ ਕਾਲਜਿਸ ਦੇ ਵਿੱਚ ਬੱਚੇ ਜ਼ਿਆਦਾਤਰ ਪੜ੍ਹਨ ਆਉਂਦੇ ਨੇ। ਜੇ ਧਰਨੇ ਵੀ ਲੱਗਦੇ ਨੇ ਤੇ ਮੁੱਦੇ ਉਹਨਾਂ ਦੇ ਫੀਸ ਦੇ ਹੁੰਦੇ ਨੇ, ਹੋਸਟਲ ਦੇ ਹੁੰਦੇ ਨੇ, ਪੜ੍ਹਾਈ ਦੇ ਹੁੰਦੇ ਨੇ। ਪਰ ਅੱਜ ਐਸੇ ਹਾਲਾਤ ਬਣ ਗਏ ਨੇ ਦੇਸ਼ ਦੇ ਵਿੱਚ ਕਿ ਜਿਹੜੇ ਧਰਨੇ ਲੱਗ ਰਹੇ ਨੇ ਕਾਲਜਾਂ ਦੇ ਵਿੱਚ ਵੀ ਉਹ ਧਰਮ ਨੂੰ ਲੈ ਕੇ ਲੱਗ ਰਹੇ ਨੇ। ਅਸੀਂ ਗੱਲਬਾਤ ਕਰਾਂਗੇ, ਕੁਝ ਸਾਡੇ ਨਾਲ ਇੱਥੇ ਵਿਦਿਆਰਥੀ ਮੌਜੂਦ ਨੇ ਜਿਹੜੇ। ਕੀ ਨਾਮ ਹੈ ਜੀ? ਹਾਂਜੀ, ਮੇਰਾ ਨਾਮ ਅਮਿਤੋਸ਼ ਹੈ। ਤੇ ਅਮਿਤੋਸ਼ ਜੀ, ਕੀ ਕਾਰਨ ਰਹਿ ਗਿਆ ਕਿ ਇਦਾਂ ਦੇ ਸਾਨੂੰ ਅੱਜ ਕੱਲ੍ਹ ਧਰਨੇ ਲਾਣੇ ਪੈ ਰਹੇ ਆ? ਅਸਲ 'ਚ ਇਹ ਅਸੀਂ ਇਸ ਕਰਕੇ ਲਾ ਰਹੇ ਹਾਂ ਕਿਉਂਕਿ ਸਾਡੇ ਦੇਸ਼ 'ਚ ਇੱਥੋਂ ਦੀ ਹਕੂਮਤ ਹੈ ਜਿਹੜੀ ਭਾਜਪਾ ਹਕੂਮਤ, ਉਹ ਲੋਕਾਂ ਨੂੰ ਧਰਮ ਦੇ ਨਾਂ ਤੇ ਪਾੜ ਰਹੀ ਹੈ। ਉਹ ਇੱਕ ਫਿਰਕੇ ਦੇ ਲੋਕਾਂ ਨੂੰ ਖਾਸ ਨਿਸ਼ਾਨਾ ਬਣਾ ਰਹੀ ਹੈ। ਉਹ ਲੋਕਾਂ ਦੇ ਮੁੱਦੇ ਧਰਮ ਦੇ ਮੁੱਦੇ ਬਣਾ ਰਹੀ ਹੈ। ਉਹ ਰੋਟੀ ਰੋਜੀ ਦੇ ਮਕਾਨ ਜਿਹੜੇ ਮੁੱਦੇ ਆ ਉਹ ਇੱਥੋਂ ਦੂਰ ਕਰ ਰਹੀ ਹੈ। ਅਸੀਂ ਉਹਦੇ ਖਿਲਾਫ ਹਾਂ ਜੀ। ਪਰ ਜੇ ਗੱਲਬਾਤ ਕਰੀਏ ਕਿਤੇ ਹਜੇ ਬੀਤੇ ਦਿਨ ਹੀ ਇੱਕ ਮੰਦਿਰ ਵੀ ਤੋੜਿਆ ਗਿਆ ਵਾ, ਤੇ ਉਹ ਤਾਂ ਦੋਵੇਂ ਪਾਸੇ ਜਾ ਰਹੇ ਨੇ। ਦੇਖੋ ਜੀ, ਸਰਕਾਰਾਂ ਕਿਸੇ ਦੀਆਂ ਸਖੀਆਂ ਨਹੀਂ ਹੁੰਦੀਆਂ, ਭਾਵੇਂ ਬੀਜੇਪੀ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ, ਕੋਈ ਵੀ ਸਰਕਾਰ ਹੋਵੇ। ਆਪਾਂ ਦੇਖਿਆ 84 'ਚ ਕਾਂਗਰਸ ਨੇ ਪੰਜਾਬ 'ਚ ਵੀ ਕੀਤਾ। ਤੇ ਮੰਦਰ ਮਸਜਿਦ ਜਾਂ ਗੁਰਦੁਆਰੇ ਦਾ ਮਸਲਾ ਨਹੀਂ ਹੈ, ਮਸਲਾ ਆਪਣੇ ਲੋਕਾਂ ਦਾ, ਆਪਣੀ ਏਕਤਾ ਟੁੱਟ ਰਹੀ ਹੈ। ਭਾਵੇਂ ਉਹ ਮੰਦਿਰ ਢਾਇਆ ਜਾਵੇ, ਭਾਵੇਂ ਮਸਜਿਦ ਢਾਈ ਜਾਵੇ, ਤੇ ਭਾਵੇਂ ਗੁਰਦੁਆਰਾ। ਇਹ ਇੱਕ ਕ੍ਰੋਨੋਲੋਜੀ ਹੁੰਦੀ ਹੈ ਸਰਕਾਰਾਂ ਦੀ, ਇਹ ਚੱਲਦਾ ਆਉਂਦਾ, ਉਹਨਾਂ ਦੀਆਂ ਏਜੰਸੀਆਂ ਹੁੰਦੀਆਂ ਤਾਂ ਕਿ ਲੋਕਾਂ ਨੂੰ ਆਪਸ 'ਚ ਪਾੜਿਆ ਜਾਏ, ਤਾਂ ਕਿ ਇੱਕ ਦੂਜੇ ਨਾਲ ਅਸੀਂ ਖੜੇ ਨਾ ਹੋ ਸਕੀਏ। ਤੇ ਅੱਜ ਸਾਨੂੰ ਇੱਕ ਇੱਥੇ ਬਹੁਤ ਹੀ ਵਧੀਆ ਨਾਰਾ ਵੀ ਸੁਣਨ ਨੂੰ ਮਿਲਿਆ ਵਾ ਵੀ ਹਿੰਦੂ ਮੁਸਲਿਮ ਲੜਨ ਨਹੀਂ ਦੇਣਾ, ਸੰਨ 47 ਬਣਨ ਨਹੀਂ ਦੇਣਾ। ਤੇ ਇਹ ਕੀ ਕਹੋਗੇ ਮੈਮ? बिस्मिल्लाहिर्रहमानिर्रहीम। अस्सलाम वालेकुम। पहले तो मैं सभी इन भाइयों का शुक्रगुज़ार हूँ और इन बच्चों की बहुत बड़ी शुक्रगुज़ार हूँ कि आज मुझे पंजाब में रहने के लिए और ज़्यादा खुशी महसूस हो रही है कि मुझे यहाँ पे 20 साल हो गए रहते हुए, और मुझे इस शहर में रहने के बाद मुझे इतनी खुशी महसूस होती है कि मैं शहरों के बीच में रहती हूँ, किसी गीदड़ों के बीच में नहीं रहती हूँ। तो पहले तो मैं अपने शहर भाइयों के लिए बहुत बहुत शुक्रगुज़ार हूँ कि इन्होंने, इन बहनों के लिए, इन शेरनियों के लिए इतनी बड़ी शुक्रगुज़ार हूँ कि आज इन्होंने ये मुद्दा अपने लिए नहीं, अपनी कौम के लिए नहीं, बल्कि एक भारतीय होने के नारे, संविधान के साथ होते हुए इन्होंने हिंदू मुस्लिम की लड़ाई रोकने के लिए ये इन्होंने प्रोटेस्ट किया है। तो इनके लिए मैं बहुत बहुत शुक्रगुज़ार हूँ। और मैं अपनी पहचान बताने की मुझे कोई ज़रूरत नहीं है, क्योंकि मैं खुश हूँ कि मैं भारतीय बेटी हूँ, भारत की एक बेटी हूँ, और शहनाज मेरा नाम है। और मुझे खुशी है इस बात की कि मैं एक भारत की बेटी हूँ। मुझे ये नहीं कहना मैं मुस्लिम हूँ, मुझे ये नहीं कहना मैं सिख हूँ, मुझे ये नहीं कहना कि मैं हिंदू हूँ, लेकिन मुझे ये ज़रूर कहना है मोदी जी से, भाजपा सरकार से और RSS वालों से कि अगर उन्होंने मंदिर मस्जिद गिराकर ये दिखाना है कि हमारी राजनीति कामयाब हो जाएगी, तो मैं उनसे एक सवाल करना चाहती हूँ कि जो ताजमहल उनको करोड़ों रुपए का इनकम करके देता है, वो ताजमहल ढा दिया। ताजमहल ढाने के बाद उसके ऊपर मंदिर बना ले, हमें कोई इशू नहीं है, हमें कोई प्रॉब्लम नहीं होगी। क्यों नहीं होगी? क्योंकि वो उन्हें करोड़ों रुपया कमा के देता है, सरकार का नहीं बल्कि भाजपा सरकार का उसमें भला हो रहा है। तो वो ताजमहल क्यों नहीं गिराते, वो मस्जिद को क्यों गिराते? ਸਰ, ਤੁਹਾਨੂੰ ਜਿਵੇਂ ਕਿ ਤੁਸੀਂ ਸਾਰੇ ਸਟੂਡੈਂਟ ਹੋ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਆਪਾਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਤੇ ਸਾਡਾ ਮੈਸੇਜ ਕੀ ਜਾਣਾ ਚਾਹੀਦਾ ਬਾਹਰ, ਤੇ ਕੀ ਇਹ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਕਿਸ ਤਰ੍ਹਾਂ ਪਹੁੰਚੇਗੀ? ਪਹੁੰਚੇਗੀ ਸਰ, ਜ਼ਰੂਰ ਪਹੁੰਚੇਗੀ। ਪਹਿਲੀ ਗੱਲ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਯੂਨਿਟੀ ਦੇ ਆਧਾਰ ਤੇ ਕਿ ਜੋ ਇੱਥੇ ਵੀ ਕਿਉਂਕਿ ਜੇ ਇੱਕ ਸਟੇਟ 'ਚ ਹਾਲਾਤ ਬਣਿਆ ਤਾਂ ਜ਼ਰੂਰ ਪੰਜਾਬ 'ਚ ਵੀ ਇਹ ਬਣਨੇ ਆ, ਕਿਸੇ ਮੌਕੇ ਬਣਨ ਅੱਗੇ ਫਿਊਚਰ। ਜੇ ਇਨ ਫਿਊਚਰ ਆਪਾਂ ਨੂੰ ਕੋਈ ਤੋੜਨ ਦੀ ਕੋਸ਼ਿਸ਼ ਕਰੂਗਾ ਤਾਂ ਆਪਣੇ ਕੋਲ ਪਹਿਲਾ ਕੁਐਸਚਨ ਹੋਣਾ ਚਾਹੀਦਾ ਵੀ ਆਪਣਾ ਮਾਂ ਪਿਓ ਕੌਣ ਹੈ, ਵੱਡੇ ਵਡੇਰੇ ਕੌਣ ਹੈ। ਜੇ ਆਪਾਂ ਸੋਚੀਏ ਆਪਣੇ ਵੱਡੇ ਵਡੇਰੇ, ਦਾਦੇ ਪੜਦਾਦੇ, ਉਸ ਤੋਂ ਅੱਗੇ ਜਾਈਏ ਤਾਂ ਕਿਤੇ ਨਾ ਕਿਤੇ ਜਾ ਕੇ ਇੱਕੋ ਹੀ ਰਹਿ ਜਾਣਾ ਸਭ ਦਾ, ਚਾਹੇ ਉਹ ਸਿੱਖ ਹੈ, ਚਾਹੇ ਉਹ ਈਸਾਈ ਹੈ, ਚਾਹੇ ਉਹ ਮੁਸਲਿਮ ਹੈ, ਚਾਹੇ ਉਹ ਹਿੰਦੂ ਹੈ। ਤੇ ਜੇ ਇੰਨੀ ਗੱਲ ਆਪਾਂ ਨੂੰ ਪਤਾ ਕਲੀਅਰ ਹੋ ਗਈ ਕਿ ਇੱਕ ਹੈ ਤੇ ਫਿਰ ਕੋਈ ਲੜਾਈ ਹੈ ਨਹੀਂ।
ਜਦੋਂ ਆਪਾਂ ਇੱਕੋ ਹੀ ਸਾਰੀ ਆਪਾਂ ਭੈਣ ਭਰਾ ਤੇ ਇੱਥੇ ਕੋਈ ਐਡੀ ਲੜਨ ਵਾਲੀ ਗੱਲ ਹੈ ਨਹੀਂ ਇਸ ਚੀਜ਼ 'ਚ। ਤੇ ਇਹ ਤਾਂ ਯੂਜ਼ ਕਰਦੇ ਆ, ਇਸ ਨਾਮ ਨੂੰ ਯੂਜ਼ ਕਰਦੇ ਆ, ਕਿਉਂਕਿ ਧਰਮ ਬਣਾਏ ਹੀ ਸਿੱਖਣ ਲਈ ਗਏ ਨੇ, ਲੜਾਉਣ ਲਈ ਨਹੀਂ ਬਣਾਏ ਗਏ ਸੀ। देखिए, मैं ये कहना चाहूँगी कि आप एक बात देख लीजिए, पीछे सा इतिहास वापस करिए, रिकॉर्ड देखिए, क्या किसी मुस्लिम ने किसी हिंदू लड़के को पकड़कर कहीं भी किसी बांध के जिस तरह से ये कहलवाया हो कि आप अल्लाह अकबर बोलो? अब इसका मुझे जवाब दे दें मोदी जी, अमित शाह जी और ये जो योगी जी हैं, मुझे इसका जवाब दे दें कि किसी भी मुस्लिम बंदे ने किसी हिंदू धर्म को ये टारगेट किया हो कि आप अल्लाह अकबर बोलो। ठीक है, जय श्री राम कहना कोई गुनाह नहीं है, भगवान जी हैं, मैं जय श्री राम कह देती हूँ, क्योंकि मैं मुस्लिमों में मंदिर जा सकती हूँ, गुरुद्वारे जा सकती हूँ, हमें कोई प्रॉब्लम नहीं है, अल्लाह सबका है और अल्लाह एक है। लेकिन वो जो ये सब कर रहे हैं रमज़ान के महीने में, जो उन्होंने ये सब किया है, आज मेरा दिल भर रहा है कि मैं इतनी अपने आप को स्ट्रॉन्ग मानती हूँ, मैं अपने आप को, मैं सोचती हूँ कि मेरे पास अगर हज़ारों करोड़ों आदमी भी खड़े हैं तो मैं नहीं डरती हूँ। आप मुझे जानते हो, मैं पॉलिटिशियन रही हूँ, पर मैं इस वक्त मैं जनता के साथ खड़ी हूँ, अपनी आवाम के लिए लड़ रही हूँ। क्योंकि जो उन्होंने रोज़ेदार बच्चों को, रोज़ेदार बूढ़ों को, बुज़ुर्गों को एक मस्जिद को ढाकर और उनके रोज़ों को उन्होंने इतना बुरी तरह से कुचला है कि शाम को उन्हें पानी नसीब नहीं हुआ, अफ्तार नसीब नहीं हुआ है। क्या उनकी हाय नहीं पड़ेगी? क्या उनका सब्र नहीं पड़ेगा उनके ऊपर? अगर उन्होंने दुश्मनी निकालनी है, वो कहते हैं कि हमारे पत्थर मारे गए, हमें तो हिंदुओं के त्योहारों से डर लगने लगा है कि कब उनका त्योहार दिवाली आएगी, कब हम पे बम फोड़ेंगे, कब उनकी रैली निकलेगी, कब हमारी मस्जिदें ढाई जाएंगी, कब उनका कोई त्योहार आएगा, हमें टारगेट किया जाएगा। क्यों ऐसा हमारे साथ किया जा रहा है? देखिए, जाकर उन गरीबों को जो सुबह से शाम तक 300 रुपए की दिहाड़ी करते थे, शाम को रोज़ा अफ्तारते थे, आज उनके घर में शाम को पानी पीने के लिए, रोज़ा खोलने के लिए, अफ्तार के लिए पैसे नहीं है। पर ਤੁਸੀਂ ਬਹੁਤ ਭਾਵੁਕ ਹੋ ਗਏ, ਪਰ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਕਿ ਤੁਸੀਂ ਹਜੇ ਪੰਜਾਬ ਦੇ ਵਿੱਚ ਖੜੇ ਹੋ ਤੇ ਪੰਜਾਬ 'ਚੋਂ ਜਿਹੜੀ ਸਭ ਤੋਂ ਘੱਟ ਹੁੰਦੀ ਹੈ ਘਟਨਾ, ਉਹ ਪੰਜਾਬ 'ਚੋਂ ਹੁੰਦੀ ਹੈ ਇਦਾਂ ਦੀ ਘਟਨਾਵਾਂ, ਤੇ ਇਸ ਲਈ ਤੁਹਾਨੂੰ ਪੰਜਾਬ 'ਚੋਂ ਰਹਿਣ ਵਾਸਤੇ ਫਖਰ महसूस करना चाहिए। मुझे फ़ख्र हो रहा है और अभी भी फ़ख्र हो रहा है कि हमारा पंजाब हर जगह तैयार रहता है। किसान योजना को जीत कर लेकर आए हैं भाजपा सरकार से, और इंशाल्लाह अगर ये हिंदू मुस्लिम इसी तरह से ये सरकारें करती रही तो हमारा पंजाब यहाँ भी इसको चीज़ को ख़त्म करेगा और मिटाएगा, और हम इसको भी जीतेंगे, अपना हक़ लेकर रहेंगे। और मुझे सरकार से सिर्फ यही कहना है कि उन बुज़ुर्गों की, उन बच्चों की बद्दुआ ना लो, वो मस्जिदों पर, मंदिरों पर जुल्म ना करो। अगर आपने अपनी कोई लड़ाई लड़नी है तो सामने से आकर लड़ो, मस्जिद मंदिर का मुद्दा उठाकर लड़ाई झगड़ा मत करो। और हमारे पंजाबी भाई हमारे साथ हैं और बहुत खुश हूँ मैं इस चीज़ को लेकर। मैं भी रोज़े से हूँ, हमें पता है कि हम 4 बजे से रोज़ा रखते हैं, हम अपने घर में शाम को दस्तरखान भर के अफ्तार लेके बैठते हैं। आज मेरा मन यूँ भर रहा है कि मैंने कभी किसी को बाइट या स्पीच देते मैं आँख में आंसू नहीं भरा, लेकिन एक बुजुर्ग ऐसा है कि आज वो हॉस्पिटल में एडमिट है। अंसार को जेल में डाल दिया गया, लेकिन अंसार के जितने भी पड़ोसी हैं नॉन मुस्लिम हैं, आप उनसे पता कीजिए जाकर के, नॉन मुस्लिम वो कहते हैं कि वो मंदिर की सफाई करवाता था, वो हमारे बच्चों की फीसें भरता है, वो हमारे घरों में राशन पानी पहुंचाता है। क्या मोदी सरकार को ये दिखाई नहीं दे रहा? तो मैं मोदी को ये कहती हूँ कि मोदी जी नहीं, मोदी को कहती हूँ, मोदी अगर तुझे शर्म है तो डूब मर, मत कर जुल्म हम पर इतना, क्योंकि जुल्म ज़्यादा देर नहीं चलता। मैं अमित शाह जी के लिए यही कहना चाहूँगी। ਮੈਂ ਕੁਝ ਬੱਚਿਆਂ ਨਾਲ ਵੀ ਗੱਲ ਕਰਾਂਗਾ ਕਿ ਜਿਸ ਤਰ੍ਹਾਂ ਤੁਸੀਂ ਕਲਾਸਾਂ ਛੱਡ ਕੇ ਜਾਂ ਪੜ੍ਹਾਈ ਛੱਡ ਕੇ ਤੁਸੀਂ ਇੱਥੇ ਖੜੇ ਹੋ, ਤੇ ਐਟ ਦੀ ਐਂਡ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਇਹੀ ਹੈ ਕਿ ਆਪਣੇ ਸਟੂਡੈਂਟਸ ਨੂੰ ਆਪਣੇ ਮੁੱਦੇ ਪਹਿਚਾਨਣੇ ਚਾਹੀਦੇ ਆ। ਅੱਜ ਇਹ ਆਪਾਂ ਨੂੰ ਲੜਾ ਕੇ, ਆਪਾਂ ਨੂੰ ਪਾੜ ਕੇ ਡਾਇਵਰਟ ਕਰ ਰਹੇ ਆ, ਆਪਣੀ ਅਸਲੀ ਮੁੱਦਿਆਂ ਤੋਂ ਭਟਕਾ ਰਹੇ ਆ। ਤੇ ਇਹੀ ਹੈ ਕਿ ਪੜ੍ਹ ਕੇ ਅਸੀਂ ਕੀ ਕਰਾਂਗੇ ਜਦੋਂ ਨੌਕਰੀ ਨਹੀਂ ਮਿਲੀ, ਅੱਗੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਤੇ ਭੀੜ ਤੇ ਐਵੇਂ ਹਮਲਾ ਹੁੰਦਾ ਰਿਹਾ। ਸਾਡਾ ਦੇਸ਼ ਇਸ ਨਫ਼ਰਤ ਦੀ ਅੱਗ 'ਚ ਜਲ ਗਿਆ, ਤੇ ਪੜ੍ਹਾਈ ਕਿਸ ਕੰਮ ਦੀ? ਤੇ ਅਸੀਂ ਕੁਝ ਕਲਾਸਾਂ ਛੱਡ ਕੇ ਇਸ ਲਈ ਆਏ ਹਾਂ ਤਾਂ ਕਿ ਇਹ ਸੁਨੇਹਾ ਸਾਰਿਆਂ ਤੱਕ ਪਹੁੰਚ ਸਕੇ ਕਿ ਅਸੀਂ ਜੇ ਇੱਥੇ ਪੜ੍ਹਦੇ ਹਾਂ, ਸਾਨੂੰ ਅਸੀਂ ਫੀਸਾਂ ਭਰਦੇ ਹਾਂ, ਅਸੀਂ ਨੌਲੇਜ ਗੇਨ ਕਰ ਰਹੇ ਹਾਂ, ਤੇ ਸਾਨੂੰ ਆਪਣੇ ਹੱਕਾਂ ਦੀ ਅਵੇਅਰਨੈਸ ਹੱਕਾਂ ਬਾਰੇ ਵੀ ਪਤਾ ਹੈ, ਤੇ ਜੋ ਦੇਸ਼ 'ਚ ਗਲਤ ਹੋ ਰਿਹਾ ਅਸੀਂ ਉਹਦੇ ਖਿਲਾਫ ਆਵਾਜ਼ ਵੀ ਉਠਾ ਸਕਦੇ ਹਾਂ। ਬਖੂਬੀ ਅਸੀਂ ਇਹਨਾਂ ਬੱਚਿਆਂ ਨਾਲ ਗੱਲਬਾਤ ਕੀਤੀ, ਤੇ ਸਾਨੂੰ ਇੱਥੇ ਜਾਣ ਕੇ ਪਤਾ ਲੱਗਿਆ ਕਿ ਵੀ ਜਿਹੜੇ ਬੱਚੇ ਨੇ ਉਹ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ। ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਹਿੰਦੂ ਮੁਸਲਿਮ ਦੀ ਲੜਾਈ ਹੈ ਇਹ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਹੈ, ਫਿਰਕਾ ਪ੍ਰਸਤੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜੀ ਸਰਕਾਰਾਂ ਨੇ ਇਹ ਰੋਜ਼ਗਾਰ ਤੋਂ ਦੂਰ ਕਰ ਰਹੀਆਂ ਨੇ, ਡਾਈਵਰਟ ਕਰ ਰਹੀਆਂ ਨੇ। ਕੈਮਰਾਮੈਨ ਮਯੰਕ ਅਗਰਵਾਲ ਦੇ ਨਾਲ ਮੁਹੰਮਦ ਸੌਰਾਬ ਦੀ ਰਿਪੋਰਟ, ਨਿਊਜ਼ ਟਾਈਮ ਪੰਜਾਬ। ਸਾਡੇ ਨਾਲ ਜੁੜੇ ਰਹਿਣ ਲਈ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਘੰਟੀ ਦਾ ਬਟਨ ਜ਼ਰੂਰ ਦਬਾਓ। ਧੰਨਵਾਦ।